ਪੰਜਾਬੀ ਦੇ ਮਹਾਨ ਸ਼ਾਇਰ ਮਰਹੂਮ ਸੁਰਜੀਤ ਪਾਤਰ ਜੀ ਲਿਖਦੇ ਨੇ, ਖੋਲਿਆ ਹੁੰਦਾ ਜੇ ਕਦੇ ਯਾਰਾਂ ਦੇ ਨਾਲ, ਕਿਉਂ ਖੋਲ੍ਹਣਾ ਪੈਂਦਾ ਔਜ਼ਾਰਾਂ ਦੇ ਨਾਲ। ਇਹ ਸ਼ੇਰ ਉਹਨਾਂ ਨੇ ਉਦੋਂ ਲਿਖਿਆ ਸੀ ਜਦੋਂ ਉਹਨਾਂ ਨੂੰ ਹਾਰਟ ਅਟੈਕ ਦੀ ਇੱਕ ਸਮੱਸਿਆ ਆਈ ਸੀ, ਝਟਕਾ ਲੱਗਿਆ ਸੀ, ਅਟੈਕ ਆਇਆ ਸੀ। ਔਰ ਇਹ ਸ਼ੇਰ ਹੁਣ ਲਗਭਗ ਹਰ ਕਿਸੇ ਤੇ ਪੂਰਾ ਢੁਕਮਾ ਬੈਠਦਾ। ਅਟੈਕ, ਹਾਰਟ ਅਟੈਕ ਦੇ, ਬ੍ਰੇਨ ਅਟੈਕ ਦੇ ਇਹ ਮਸਲੇ ਆਮ ਹੋ ਗਏ ਨੇ। ਕਿਸੇ ਦੀ ਮੌਤ ਹੁੰਦੀ ਆ ਤਾਂ ਕਾਰਨ ਸੁਣਨ ਨੂੰ ਮਿਲਦਾ ਕਿ ਅਟੈਕ ਆਇਆ ਜੀ, ਸਾਇਲੈਂਟ ਅਟੈਕ ਆਇਆ ਜੀ, ਹਾਰਟ ਫੇਲੀਅਰ ਹੋ ਗਿਆ। ਦਿਲ ਦੀਆਂ ਬਿਮਾਰੀਆਂ, ਦਿਲ ਦੇ ਦੌਰੇ ਇੰਨੇ ਜ਼ਿਆਦਾ ਕਿਉਂ ਵੱਧ ਗਏ ਨੇ? ਕਾਰਨ ਕੀ ਹੈ? ਕਿ ਸਾਡਾ ਖਾਣ ਪੀਣ ਇਸ ਦਾ ਕਾਰਨ ਹੈ, ਜਾਂ ਫਿਰ ਸਾਡਾ ਰਹਿਣ ਸਹਿਣ, ਸਾਡਾ ਲਾਈਫ ਸਟਾਈਲ ਇਹੋ ਜਿਹਾ ਹੋ ਗਿਆ, ਸਟ੍ਰੈਸ ਵੱਧ ਗਿਆ? ਕੀ ਕਾਰਨ ਹੈ? ਅੱਜ ਇਹਨਾਂ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ। ਡਾਕਟਰ ਸਿਦਾਂਸ਼ੂ ਜੀ ਸਾਡੇ ਨਾਲ ਜੁੜੇ ਹੋਏ ਨੇ, PGI ਤੋਂ ਇਹਨਾਂ ਨੇ ਸਟੱਡੀ ਕੀਤੀ ਆ, ਹਾਰਟ ਦੇ ਸਪੈਸ਼ਲਿਸਟ ਨੇ ਔਰ ਅੱਜ ਕੱਲ੍ਹ ਫੋਰਟਿਸ ਦੇ ਵਿੱਚ ਮੁਹਾਲੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਆਲ ਗੁੱਡ ਸਰ, ਬੜੀਆ, ਸਭ ਬੜੀਆ। ਅੱਜ ਦਿਲ ਦੇ ਮਾਮਲੇ ਤੇ ਗੱਲਾਂ ਕਰਨੀਆਂ। ਬਿਲਕੁਲ ਸਰ। ਦਿਲ ਦਾ ਮਾਮਲਾ ਬੜਾ ਗਹਿਰਾ ਹੁੰਦਾ, ਉਹ ਭਾਵੇਂ ਚੜ੍ਹਦੀ ਉਮਰ ਦਾ ਹੋਵੇ ਤੇ ਚਾਹੇ ਪਿਛਲੀ ਉਮਰ ਦਾ, ਪਰ ਹੁਣ ਤਾਂ ਚੜ੍ਹਦੀ ਉਮਰ ਦੇ ਵਿੱਚ ਵੀ ਕਹਿੰਦੇ ਦਿਲ ਨੂੰ ਬੜੀਆਂ ਸਮੱਸਿਆਵਾਂ ਆਉਣ ਲੱਗ ਗਈਆਂ। ਬਿਲਕੁਲ ਸਰ। ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆ, ਹੁਣ ਤਾਂ ਨੌਜਵਾਨਾਂ ਤੋਂ ਲੈ ਕੇ ਤੇ ਵੱਡੀ ਉਮਰ ਤੱਕ, ਪਹਿਲਾਂ ਵੱਡੀ ਉਮਰ ਦਿਆਂ ਨੂੰ ਟਾਮਾ ਟੱਲੇ ਕਿਸੇ ਬਿਰਲੇ ਨੂੰ ਅਟੈਕ ਆਉਂਦਾ ਹੁੰਦਾ ਸੀ, ਹੁਣ ਤਾਂ ਜਿਹਨੂੰ ਸੁਣੀਏ ਅਟੈਕ, ਜਿਹਨੂੰ ਸੁਣੀਏ ਅਟੈਕ। ਹੁਣ ਇੰਨੇ ਜ਼ਿਆਦਾ ਮਾਮਲੇ ਕਿਉਂ ਵੱਧ ਗਏ ਨੇ? सर बहुत सारे कारण है मामले ਜਿਹੜੇ ਹੁਣ ਅੱਜ ਕੱਲ੍ਹ ਆਪਾਂ ਸੁਣਦੇ हैं, बहुत सारे मरीजों को दिक्कत आ रही है। कम उम्र में भी दिक्कतें शुरू हो गई हैं। 20-25-30 साल से लेके ਆਪਾਂ ਸੁਣਦੇ हैं जी 70-80 साल 90 साल तक हार्ट अटैक आ रहे हैं। एक तो ਸਾਡੀ ਪੋਪੂਲੇਸ਼ਨ भी बहुत ज़्यादा बढ़ रही है, ਪੋਪੂਲੇਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ, ਆਬਾਦੀ बढ़ रही है। ਉਸ ਤੋਂ ਇਲਾਵਾ ਸਾਡਾ ਖਾਣਾ ਪੀਣਾ ਜਿਹੜਾ ਰਹਿਣ ਸਹਿਣ ਹੈ ਉਹ ਥੋੜਾ ਬਦਲਤਾ ਜਾ ਰਿਹਾ ਹੈ। ਵੈਸਟਰਨਾਈਜੇਸ਼ਨ ਆਪਾਂ ਬੋਲਦੇ ਹਾਂ ਇਸ ਚੀਜ਼ ਨੂੰ, ਕਿ ਖਾਣੇ ਪੀਣੇ ਦਾ ਵੈਸਟਰਨਾਈਜੇਸ਼ਨ ਹੋ ਰਿਹਾ ਹੈ। ਬਾਹਰ ਜਿਹੜੇ ਫਾਸਟ ਫੂਡ ਤੁਸੀਂ ਦੇਖੋ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਗਏ ਨੇ। ਫਾਸਟ ਫੂਡ ਦਾ ਚੱਲਣ ਚੱਲ ਪਿਆ। ਪਹਿਲੇ ਮੈਕਸਿਮਮ ਜਿਹੜੇ ਆਪਾਂ ਮੀਲਸ ਹੁੰਦੇ ਸੀਗੇ ਉਹ ਲੋਕ ਘਰੇ ਬਣਾਉਂਦੇ ਸੀਗੇ। ਅੱਜ ਕੱਲ੍ਹ ਤੁਸੀਂ ਦੇਖੋ ਬਾਹਰ ਲੋਕ ਬਾਹਰ ਖਾ ਰਹੇ ਹੈ, ਬਹੁਤ ਜ਼ਿਆਦਾ ਖਾਣਾ ਜਿਹੜਾ ਹੈ ਉਹ ਬਾਹਰ ਦਾ ਹੋ ਗਿਆ ਹੈ। ਅਤੇ ਫਾਸਟ ਫੂਡ, ਪ੍ਰੋਸੈਸਡ ਫੂਡ ਆਪਾਂ ਬੋਲਦੇ ਹੈ, ਪੈਸਟੀਸਾਈਡਸ ਦਾ ਇਸਤੇਮਾਲ ਹੋ ਗਿਆ, ਉਹ ਵੱਧ ਗਿਆ ਬਹੁਤ ਜ਼ਿਆਦਾ। ਉਸ के अलावा तुसी देखो पोल्यूशन बहुत ज़्यादा हो गया है, एयर पोल्यूशन, वाटर पोल्यूशन आप बोलते हैं, मिलावट बहुत ज़्यादा हो गई है। तो इस सब करके फिर स्ट्रेस बहुत ज़्यादा हो गया है आजकल। ट्रैवल का तुसी देखो कि जिन्नी डिस्टेंस पहले सानू आधा घंटा 15 मिनट इन्ना लगता सीगा, आजकल 2-2 घंटा 3-3 घंटा ट्रैवल हो गया। तो लाइफ से स्ट्रेस भी बढ़ गया, खाने पीने की लाइफ स्टाइल वो चेंज हो गए हैं। ਤਾਂ ਕਰਕੇ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਉਹ ਬਹੁਤ ਕਮ ਉਮਰ में भी आने लग गई हैं। उसके अलावा ਜਿਹੜਾ हैबिट्स हैगी ਨੌਜਵਾਨਾਂ 'ਚ, ਤੁਸੀਂ ਦੇਖੋ ਸਮੋਕਿੰਗ ਬਹੁਤ ਜ਼ਿਆਦਾ बढ़ गई है ना, अल्कोहल ਦਾ सेवन ਜਿਹੜਾ है वो बढ़ गया है। उसके अलावा हमारे खाने पीने में आप देखिए कि नमक का इस्तेमाल बहुत ज़्यादा हो गया है। नमकीन चीज़ें, प्रोसेस्ड शुगर आप बोलते हैं, है ना, जी प्रोसेस्ड शुगर चीनी वाली चीज़ें वो ज़्यादा हो गई हैं। वेट बहुत ज़्यादा होने लगा है आजकल लोगों का। कम उम्र से ओबेसिटी आप देखते हैं, 10-15 ईयर्स, 5 ईयर्स, 10-15 ईयर्स में बच्चे पहले बहुत ज़्यादा फिट होते थे, बाहर खेलना बहुत ज़्यादा कॉमन था। अब आजकल बाहर खेलना कम हो गया है, घर पे रहते हैं, बाहर जाना कम हो गया है। आउटडोर एक्टिविटीज़ आप बोलते हैं वो घट हो गई हैं। तो मोबाइल का इस्तेमाल बढ़ गया है, तो बच्चों में ओबेसिटी भी बहुत आ रही है, वज़न बहुत ज़्यादा बढ़ रहा है बच्चों में। उस करके मेटाबॉलिक सिंड्रोम एक टर्म होती है कार्डियक में, वो ज़्यादा बढ़ रही है, कम उम्र में आ रही है। फिर पॉपुलेशन बढ़ने की वजह से जो जेनेटिक चेंजेस हैं वो भी बहुत ज़्यादा अपने को आजकल देखने के लिए मिल रहे हैं, जिस वजह से कम उम्र में हार्ट की प्रॉब्लम बहुत ज़्यादा देखने को। ਜੈਨੇਟਿਕ ਪ੍ਰੋਬਲਮਸ ਜਿਹੜੇ ਜੈਨੇਟਿਕ ਚੇਂਜਸ ਆ ਰਹੇ ਨੇ ਇਹ ਕਿਸ ਤਰ੍ਹਾਂ ਜਿਹੜੇ ਇਫੈਕਟ ਕਰਦੇ ਨੇ? ਕਿਉਂਕਿ ਅਸੀਂ ਦੇਖਦੇ ਹਾਂ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਫੈਟਸ ਆ ਰਹੇ ਨੇ। ਈਵਨ ਕਿ ਗਰਲਸ ਦੀ ਗੱਲ ਕਰੀਏ ਤਾਂ ਹਾਰਮੋਨਸ ਚੇਂਜ ਹੋ ਰਹੇ ਨੇ, ਗਰਲਸ ਦੇ ਵੀਅਰਡ ਆ ਰਹੀ ਹੈਗੀ। ਇਹ ਚੀਜ਼ਾਂ ਅਨੋਰਮਲ ਹੋ ਗਈਆਂ ਦੇਖਣੀਆਂ ਹੁਣ। वही सर, कम उम्र में वज़न बढ़ने की वजह से फीमेल्स में भी हार्मोनल चेंजेस आ रहे हैं, मेल्स में भी जो है वज़न बढ़ने की वजह से मेटाबॉलिक सिंड्रोम देखा जा रहा है, हार्मोनल चेंजेस आ रहे हैं, ਤਾਂ करके हार्ट की प्रॉब्लम बहुत ज़्यादा बढ़ रही है। तो जेनेटिक जी प्रॉब्लम है, जेनेटिक तो हैरिडिटरी, दो अलग अलग आप बोलते हैं ना। एक तो हैरिडिटरी होगी कि फैमिली में जनरेशन में चलती है, पापा पिताजी ਨੂੰ भी सीगी, दादा जी ने भी सीगी, कजन्स च है,
चाचा ताऊ सब में हार्ट की प्रॉब्लम है, तो कम उम्र में आने के रिस्क बहुत ज़्यादा होते हैं। मतलब पीढ़ी दर पीढ़ी भी ये चलती है। पीढ़ी चलती है। एक हो गया जेनेटिक, आजकल इन्हें सारा खाना पीना बदला हुआ है, प्रेगनेंसी दौरान जेनेटिक म्यूटेशनਸ ਆਉਂਦੀ ਹੈ ਮੇਰੇ ਬੱਚੇ ਨੂੰ। ਜਦੋਂ ਬੱਚਾ ਪੈਦਾ ਹੁੰਦਾ डी नोवो म्यूटेशनस ਆਪਾਂ ਕਹਿੰਦੇ हैं, उस करके जेनेटिक चेंजेस आने की वजह से जो हार्ट की प्रॉब्लम है, जो कोलेस्ट्रॉल खराब होना, वो सब कम उम्र से ही ਆਪਾਂ देख रहे हैं आजकल। 30 ईयर्स 25 ईयर्स 35 ईयर्स 35 साल की उम्र से देखते हैं कोलेस्ट्रॉल बहुत ज़्यादा बिगड़ा हुआ है, या कुछ जेनेटिक चेंजेस ऐसे हैं जिस करके जल्दी हार्ट की प्रॉब्लम आने का रिस्क बहुत ज़्यादा बढ़ गया। ਜਿਹੜੇ ਹਾਰਟ ਦੀ ਸਮੱਸਿਆ ਆਉਂਦੀ ਹੈ, ਉਹ ਕਹਿੰਦੇ ਆ ਵੀ ਖੂਨ ਜਦੋਂ ਬੰਦੇ ਦਾ ਗਾੜਾ ਹੋਣ ਲੱਗ ਜਾਂਦਾ, ਖੂਨ ਗਾੜਾ ਹੋਣ ਲੱਗ ਜਾਂਦਾ, ਉਸ ਤੋਂ ਬਾਅਦ ਬਲੋਕੇਜ ਆਉਣ ਲੱਗ ਜਾਂਦੀ ਆ, ਔਰ ਇੱਕਦਮ ਜਦੋਂ ਉਦੋਂ ਪਤਾ ਲੱਗਦਾ ਜਦੋਂ ਇੱਕਦਮ ਸਾਰੀਆਂ ਨਾੜਾਂ ਉਹ ਤਿੰਨੋਂ ਦੀਆਂ ਤਿੰਨੋਂ ਬਲੌਕ ਹੋ ਜਾਂਦੀਆਂ ਨੇ। ਖੂਨ ਨੂੰ ਪਤਲਾ ਰੱਖਣ ਲਈ ਜਾਂ ਖੂਨ ਗਾੜਾ ਨਾ ਹੋਵੇ, ਇਹ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਸੈੱਟ ਕਰ ਸਕਦੇ ਹਾਂ? ये ਜਿਹੜਾ टर्म है खून गाढ़ा हो गया है, ये थोड़ा सा मैं कहूँगा कि मिसनोमर सा है। मिसनोमर माने गलत टर्म है। ऐसा नहीं है कि खून गाढ़ा हो गया तो हार्ट की प्रॉब्लम है। वो अपन उस टर्म को ਆਪਾਂ बोलते हैं ਜਿਹੜੇ ਮਰੀਜ਼ ਦਾ ਕੋਲੇਸਟ੍ਰੋਲ ਖਰਾਬ ਹੈ, तो उस मरीज ਨੂੰ ਆਪਾਂ बोलते हैं भी खून गाढ़ा हो ਰਿਹਾ ਹੈ, ਤੁਸੀਂ ਕੋਲੇਸਟ੍ਰੋਲ ਨੂੰ ਕੰਟਰੋਲ ਕਰੋ। ਮਤਲਬ ਇਹ ਪਰਸੈਪਸ਼ਨ ਹਰ ਕਿਸੇ ਤੇ, ਹਰ ਪੇਸ਼ੈਂਟ ਤੇ ਨਹੀਂ, ਹਰ ਪੇਸ਼ੈਂਟ ਤੇ ਲਾਗੂ ਨਹੀਂ ਹੁੰਦਾ। ਐਦਾਂ नहीं है कि ਤੁਸੀਂ किसी मरीज ਨੂੰ खून गाढ़ा है या कोलेस्ट्रॉल बढ़ा हुआ है तो खून पतला करने की दवाई दे दो, ऐसा नहीं है। कई बारी बहुत सारे फैक्टर्स इससे होंगे, जैसे स्मोकिंग हैबिट्स क्या है पेशेंट दी, वो पेशेंट का वेट क्या है, पेशेंट की फैमिली हिस्ट्री कैसी है, पेशेंट का कोलेस्ट्रॉल कितना बढ़िया हुआ है, स्ट्रेस कितना है, उसके अलावा पेशेंट में शुगर है कि नहीं है, बीपी है कि नहीं है। ये सब फैक्टर्स ਨੂੰ देख के ਆਪਾਂ साथ में लेके किस मरीज़ ਨੂੰ दवाई देने की ज़रूरत है, वो खून पतला करने की दवाई की लोड़ है, उसी मरीज़ ਨੂੰ ਦਿੰਦੇ। हर मरीज़ ਨੂੰ नहीं ਦਿੰਦੇ, ਤੇ हर मरीज़ ਨੂੰ खून पतला करने की दवाई ਦੇ ਨਾਲ फ़ायदा भी नहीं है। हर मरीज़ ਨੂੰ ਆਪਾਂ खून पतला करने की दवाई देंगे तो उसको फ़ायदा होगा, ऐसा करके नहीं है। किसी मरीज़ ਨੂੰ ही दवाई की लोड़ है, चाहे वो कोलेस्ट्रॉल की दवाई होए, चाहे खून पतला करने की दवाई होए। केवल किसी मरीज़ ਨੂੰ, स्पैशली जिन मरीज़ों ਨੂੰ शुगर या बीपी की प्रॉब्लम है, उन मरीज़ों ਨੂੰ ਆਪਾਂ या वेट बहुत ज़्यादा है या कोलेस्ट्रॉल बहुत ही ज़्यादा खराब है, ਤਾਂ ਹੀ ਆਪਾਂ ਦਵਾਈ ਦਿੰਦੇ। ਅਦਰਵਾਈਜ਼ ਦਵਾਈ ਦੀ ਲੋੜ ਨਹੀਂ ਹੈ। ਮੈਜੋਰਿਟੀ ਜਿਹੜੀ ਯੰਗ ਪੋਪੂਲੇਸ਼ਨ ਹੈ ਸਾਡੀ 25 30 35 40 ਈਅਰਸ 45 ਈਅਰਸ ਤੱਕ ਵੀ, ਉਹ ਆਪਾਂ ਲਾਈਫਸਟਾਈਲ ਚੇਂਜ ਕਰਕੇ, ਲਾਈਫਸਟਾਈਲ ਨੂੰ ਸਹੀ ਕਰਕੇ ਆਪਾਂ ਕੰਟਰੋਲ ਕਰ ਸਕਦੇ ਹਾਂ, ਹਾਰਟ ਦੀ ਪ੍ਰੋਬਲਮ ਹੋਣੇ ਤੋਂ ਰੋਕ ਸਕਦੇ ਹਾਂ। ਡੇਲੀ ਰੂਟੀਨ ਕੀ ਹੋਣਾ ਚਾਹੀਦਾ ਜੇ ਆਪਾਂ ਹਾਰਟ ਨੂੰ ਤੰਦਰੁਸਤ ਰੱਖਣਾ, ਮਾਰਨਿੰਗ ਉੱਠਣ ਤੋਂ ਲੈ ਸਰ ਕੇ? ਡੇਲੀ ਰੂਟੀਨ 'ਚ ਆਪਾਂ ਬੋਲਦੇ ਹਾਂ ਕਿ ਸਭ ਤੋਂ ਇੰਪੋਰਟੈਂਟ ਹੈਗਾ ਹੈ ਗੁੱਡ ਹੈਲਦੀ ਬੈਲੈਂਸ ਡਾਇਟ। ਬਹੁਤ ਜ਼ਰੂਰੀ ਹੈ। ਤੁਸੀਂ फ्रेश फ्रूट्स बोलते हैं आप, वेजिटेबल्स, ते घर में बनी हुई चीज़ें वो ज़्यादा यूज़ करें, बाहर का तला हुआ खाना ना खाएं। उसके अलावा ਜਿਹੜਾ तेल हैगा है और डालडा या रिफाइंड का इस्तेमाल ना करें। जिन्ना हो सके अच्छा तेल इस्तेमाल करें, जैसे कि आप पंजाब से ज़्यादातर सरसों का इस्तेमाल होता है, वो यूज़ कर सकते हैं। ਜਿਹੜਾ हाई हीट कुकिंग आप बोलते हैं, उससे ਤੁਸੀਂ घी ਦਾ थोड़ा बहुत ट्राई कर सकते हो, वो भी घरे बना हुआ जी, है ना, वो यूज़ कर सकते हो। इफ़ पॉसिबल अगर जे हो पाए तो फिर बहुत ज़्यादा जे तुसी कुछ चीज़ें फ्राई करनी है तो एयर फ्राई कर सकते हो, विदाउट ऑयल कुकिंग आप बोलते हैं आजकल, बिना तेल के अगर जे कुकिंग कर पाओ तो बहुत अच्छी बात है। अदरवाइज कुछ कम लो हीट कुकिंग के लिए ऑलिव ऑयल वगैरह, कनोला ऑयल आप बोलते हैं, फ्लैक्स सीड ऑयल है, सनफ्लावर ऑयल, इस प्रकार के जोड़े ऑयल है जिनसे ट्रांस फैट घट है, वो तुसी यूज़ करो। डालडा रिफाइंड का इस्तेमाल घट करो। बैलेंस डाइट लो, फ्रूट्स एंड वेजिटेबल्स लो, घर की बनी हुई फ्रेश चीज़ें लो। ਜਿਹੜੇ ग्रेन्स है जो आजकल वीट का बहुत, वीट रेवोल्यूशन तो बाद पंजाब च ही इन्ना वीट यूज़ होता है, बट उसकी बजाय इंडिया में जो पुराने ग्रेन्स हैं, मिलेट्स, ज्वार, रागी, बाजरा, उस प्रकार के ग्रेन्स जिनसे शुगर एलिवेशन बॉडी से घट होए, कैलरीज घट जाएँ तो कोलेस्ट्रॉल भी घट बढ़े, वो उस प्रकार के ग्रेन्स ਨੂੰ ज़्यादा इस्तेमाल करी। तो उसके अलावा डेली एक्सरसाइज बहुत आप रिकमेंड करते हैं, एटलीस्ट 20 to 30 मिनट्स इन अ डे, 20 से 30 मिनट एक दिन से, हफ्ते से 4 से 5 दिन। कोई भी एक्सरसाइज जे उम्र नाल जे तुसी कोई खेल सकते हो, गेम खेलो, जे स्विमिंग कर सकते हो, साइकलिंग कर सकते हो। घरे आजकल आप साढ़े पेशेंट्स ਨੂੰ बोलते हैं कि घरे एक साइकिल रख लो, एयर साइकिल जी होंगी है वो तुसी चला सकते हो। रनिंग कर सको तो रनिंग करो। जॉगिंग जे अगर जॉगिंग नहीं कर सकते, तुसी वॉक ले जाते हो तो थोड़ा सा ब्रिस्क वॉक आप बोलते, थोड़ा तेज़ चलो। आराम नाल चलने तो इन्ना कैलरीज बर्न नहीं होंगी है, तो थोड़ा तेज़ चलो। हाफ एन आवर जे तुसी डेली एक्सरसाइज करते हो, 4 to 5 डेज जे कर पाते हो, वो बहुत ज़रूरी है। जिन्ना हो सके स्ट्रेस घट लो लाइफ 'च,
है ना, बहुत ज़्यादा ट्रैवल ना करो, बहुत ज़्यादा पोल्यूशन च ना जाओ। तो उसके अलावा बहुत इंपॉर्टेंट आजकल है कि रेगुलरली, चाहे एनुअली, साल से एक बार या 2 साल से एक बारी, ਤੁਹਾਡੇ ਲੋਕਲ ਫਿਜ਼ੀਸ਼ੀਅਨ ਜਾਂ ਕਾਰਡੀਓਲੋਜਿਸਟ ਨੂੰ ਮਿਲ ਕੇ ਜਾਂ ਡਾਕਟਰ ਕਾਰਡੀਓਲੋਜਿਸਟ ਨੂੰ ਮਿਲ ਕੇ ਇੱਕ ਵਾਰੀ ਟੈਸਟ ਜਿਹੜੇ ਕਰਾ ਸਕਦੇ ਹੋ, ਬੇਸਿਕ ECG, ਈਕੋ, TMT ਕਰਾ ਕੇ ਇੱਕ ਵਾਰੀ ਤੁਹਾਡੀ ਹਾਰਟ ਦੀ ਹੈਲਥ ਕਿਵੇਂ ਹੈ, ਠੀਕ ਹੈ, ਸਹੀ ਹੈ, ਕੁਝ ਦਿੱਕਤ ਤਾਂ ਨਹੀਂ ਆ ਰਹੀ ਹੈ, ਜਾਂ ਫੈਮਿਲੀ 'ਚ ਕੋਈ ਹਿਸਟਰੀ ਹੈ ਤਾਂ ਫਿਰ ਟੈਸਟ ਵਗੈਰਾ ਕਰਾ ਕੇ ਰੈਗੂਲਰਲੀ ਫੋਲੋਅਪ ਰੱਖ ਸਕਦੇ। ਪਿੱਛੇ ਜੇ ਇੱਕ ਵੱਡੀ ਮਹਾਮਾਰੀ ਆਈ ਕੋਵਿਡ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਕੋਵਿਡ ਦੀਆਂ ਉਹ ਇੰਜੈਕਸ਼ਨਸ ਲੱਗੇ, ਸਭ ਨੇ ਲਗਵਾਏ ਆਪਾਂ, ਹੈ ਨਾ। ਉਸ ਤੋਂ ਬਾਅਦ ਕੋਵਿਡ ਤੋਂ ਬਾਅਦ ਹਾਰਟ ਅਟੈਕ ਦੇ, ਬ੍ਰੇਨ ਸਟ੍ਰੋਕ ਦੇ ਕਾਫੀ ਮਾਮਲੇ ਸਾਹਮਣੇ ਆਏ, ਬਹੁਤ ਸਾਰੀਆਂ ਮੌਤਾਂ ਹੋਈਆਂ ਨੇ। ਇੱਕ ਇਹ ਜਿਹੜਾ ਹੈਗਾ ਧਾਰਨਾ ਬਣੀ, ਇੱਕ ਇਹ ਜਿਹੜੀ ਹੈਗੀ ਸਟੇਟਮੈਂਟਸ ਸਾਹਮਣੇ ਆਉਣ ਲੱਗੀ ਕਿ ਜਿਨ੍ਹਾਂ ਨੇ ਕੋਵਿਸ਼ੀਲਡ ਜਾਂ ਕੋਵੈਕਸੀਨ ਇਹ ਲਗਵਾਈ ਸੀ, ਦੋਨੋਂ ਡੋਜ਼ ਲਗਵਾਈ ਸੀ, ਵੀ ਉਸ ਦੀ ਵਜ੍ਹਾ ਕਰਕੇ ਜਿਹੜੇ ਹੈਗੇ ਮਾਮਲੇ ਸਾਹਮਣੇ ਆ ਰਹੇ। ਇਹ ਤੱਥ ਕਿੰਨਾ ਕੁ ਸਹੀ ਆ? ਸਰ ਬਹੁਤ ਜ਼ਿਆਦਾ ਇਸ 'ਚ ਕੋਈ ਰਿਸਰਚ ਵੀ ਹੈਗੀ ਹੈ ਨਹੀਂ, ਹੈ ਨਾ, ਬਹੁਤ ਜ਼ਿਆਦਾ ਕੋਈ ਕਨਫਰਮੇਸ਼ਨ ਨਹੀਂ ਹੈ, ਕੋਈ ਡੇਟਾ ਨਹੀਂ ਹੈ, ਐਸਾ ਕੁਝ ਹੈ ਨਹੀਂ। किसी भी हार्ट की जी प्रॉब्लम है वो भी एक प्रकार का इन्फ्लेमेशन ही है। तो कोई भी वायरल इन्फेक्शन जो होए तो बॉडी च इन्फ्लेमेशन से दिक्कत आ सकती है, ब्लड वेसल्स ਨੂੰ ਹਾਰਟ ਅਟੈਕ ਵੱਧ ਸਕਦਾ ਹੈ। ਕਿਉਂਕਿ ਇਸ ਮਾਫੀ ਚਾਹੁੰਦਾ ਤੁਹਾਡੀ ਗੱਲ ਵਿੱਚ ਇੰਟਰਰਪਟ ਕੀਤੀ, ਕਿਉਂਕਿ ਇਸ ਇੰਜੈਕਸ਼ਨ ਨੂੰ ਬਣਾਉਣ ਵਾਲੇ ਜਿਹੜੇ ਕੰਪਨੀ ਦੇ ਨਿਰਮਾਤਾ ਸੀ ਉਹਨਾਂ ਨੇ ਬਕਾਇਦਾ ਇਸ ਗੱਲ ਨੂੰ ਕਬੂਲ ਕੀਤਾ ਕੋਰਟ ਦੇ ਵਿੱਚ ਕਿ ਅਸੀਂ ਇਹ ਕਬੂਲ ਕਰਦੇ ਹਾਂ ਕਿ ਜਿਹੜੀ ਇਹ ਮੈਡੀਸਨ ਲਵਾਉਣ ਤੋਂ ਬਾਅਦ ਵੀ ਬ੍ਰੇਨ ਸਟ੍ਰੋਕ ਜਾਂ ਹਾਰਟ ਵਗੈਰਾ ਦੇ ਜਾਂ ਬਾਲ ਝੜਨ ਦੇ, ਪਲੇਟਲੇਟਸ ਦੇ ਵਗੈਰਾ ਦੇ ਘਟਣ ਦੇ ਵੀ ਇਹ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਸਕਦੇ ਆ। देखिए कोई एक होंदा है कि आपा कुछ हुआ इन्फेक्शन होया, उस तो बाद आपा कुछ स्टडीज़ कीती हैं, हार्ट दी प्रॉब्लम बड़ी, स्ट्रोक बड़ा एक होया। एक होंदा है साडे मैडिकल फील्ड च कहंदे कॉजैलिटी, जे तुसी एसोसीएशन ते है देखिया आपा कि भाई किसी नूं कोविड होया उस तो बाद स्ट्रोक दी दिक्कत आ गई या ब्रेन हार्ट दी दिक्कत आ गई, बट क्या वो कोरोना नाल हुई है या वैक्सीन नाल हुई है, क्या कॉजैलिटी स्टैबलिश हुई है? वो नहीं होया। कोई किसी भी स्टडी च आपा आज तक नहीं देखा कि भाई इन्नी वैक्सीन लगती हैं, ऑल्दो उस दौरान वैक्सीन का प्रोडक्शन थोड़ा फास्ट होया, रैपिड नीड सीगी तां करके थोड़ा रैपिड वैक्सीन नूं रोल आउट किया सी। बट क्या कॉजैलिटी हैगी है, क्या उस वैक्सीन करके हार्ट की दिक्कत आई है ज़्यादा, वो कहना बहुत मुश्किल है। ऐदा कोई डेटा ठोस डेटा हैगा नहीं। वैसे कोई रिसर्च हुई? रिसर्च बहुत सारी रिसर्चेज हुई, बहुत सारे स्टडीज़ हुई। स्टडीज़ जो जिन्नी भी हुई वो देखा गया कि भाई ਜਿਹੜੇ ਮਰੀਜ਼ਾਂ ਨੂੰ अब बहुत सारे मरीजों ਨੂੰ बहुत सारे लोगों ਨੂੰ वैक्सीन लगी। ਜਦੋਂ ਤੁਸੀਂ वैक्सीन क्योंकि ये फर्स्ट टाइम ऐदा होया है इन्ने ज़्यादा लोगों ਨੂੰ एक साथ एक ही वैक्सीन लगी, सो ਤਾਂ कई बार इट्स वेरी डिफिकल्ट बोलना बहुत मुश्किल है कि उस वैक्सीन नाल हार्ट की कोई दिक्कत बड़ी है या कोरोना नाल ही होया है, क्योंकि कई सारे मरीजों को कोरोना के बाद भी हार्ट की दिक्कत आई है। तो क्या वायरल इन्फेक्शन केवल कोरोना नाल ही होंदा या कोई दूजे कई बार दूजे वायरल इन्फेक्शन भी होंदे, उस तो बाद मरीजों को हार्ट की दिक्कत आ सकती है, स्पैशली उन्होंने जिन्होंने ऑलरेडी कोई छुपी भी हार्ट की तकलीफ हैगी है। से इन्ना सारे लोगों को वैक्सीन लगी उस तो बाद क्या कहना कि उस वैक्सीन नाल ही होया, थोड़ा सा मुश्किल है। बट ऐदा है नहीं, किसी भी वायरल इन्फेक्शन तो बाद बॉडी च इन्फ्लेमेशन बच सकता है, तो हार्ट की दिक्कत आ सकती है, ब्रेन स्ट्रोक भी आ सकता है। तो वेरी डिफिकल्ट टू से कि उस केवल वैक्सीन या उस कोरोना इन्फेक्शन नाल होया। ਅਖੀਰ ਦੇ ਵਿੱਚ ਅਗਰ ਹਾਰਟ ਅਟੈਕ ਆਉਂਦਾ ਆ ਉਸ ਤੋਂ ਬਾਅਦ ਜਿਹੜਾ ਇਹਦਾ ਵੈਸਟ ਜਿਹੜਾ ਹੱਲ ਹੈ ਉਹ स्टंट ही है या कोई और भी है? सर डिपेंड्स, उस पर डिपेंड करता है ये हार्ट अटैक मेजर हैगा है या माइनर हार्ट अटैक है। कई बार आप माइनर हार्ट अटैक ਨੂੰ बोलते हैं जिससे एक होंदा स्टेमी ਆਪਾਂ बोलते हैं, एक एनस्टेमी ਆਪਾਂ बोलते हैं। कई मरीजों ਨੂੰ ਜੇ अगर स्टेमी अगर है कि हार्ट ਦੀ ਨਾੜੀ 100% ਬੰਦ ਹੋ ਗਈ ਹੈ, ਫਿਰ ਤਾਂ ਬੈਸਟ ਇਲਾਜ ਹੈ ਜਿੰਨਾ ਜਲਦੀ ਹੋ ਸਕੇ ਵਿਦਿਨ 1 to 2 ਆਵਰਸ ਆਪਾਂ बोलते हैं कि ਮਰੀਜ਼ ਨੂੰ ਹਸਪਤਾਲ ਲੈ ਜਾਇਆ ਜਾਏ, ਐਂਜੀਓਗ੍ਰਾਫੀ ਕੀਤੀ ਜਾਵੇ ਤੇ ਸਟੈਂਟ ਪਾਇਆ ਜਾਏ। ਸਟੈਂਟ ਪਾ ਕੇ ਉਹ ਬਲੱਡ ਸਪਲਾਈ ਆਪਾਂ ਦੁਬਾਰਾ ਰੀਸਟੋਰ ਹੁੰਦੀ ਹੈ, ਉਸ ਤੋਂ ਬਾਅਦ ਹਾਰਟ ਨੂੰ ਆਪਾਂ ਸੇਵ ਕਰ ਸਕਦੇ। ਤਿੰਨ ਨਾੜੀਆਂ ਹੁੰਦੀਆਂ ਸੀ, ਤਿੰਨ ਮੇਜਰ ਨਾੜੀਆਂ ਹੈਗੀਆਂ ਜੀ। तो किसी भी कोई भी एक नाड़ी च जे अगर 100% ब्लॉकेज आवे तो आप बोलते हैं स्टेमी हो गया, हार्ट अटैक, मेजर हार्ट अटैक है। उन तीनों च मतलब दो चल रही ने, एक पूरी तरह ब्लॉक होगी 100%, ਤਾਂ भी मेजर है, मेजर हार्ट अटैक है क्योंकि उस एरिया दा ब्लड सप्लाई बिल्कुल जीरो हो गया जी। तो उस हार्ट दे उस एरिया ਨੂੰ ਆਪਾਂ ਜੇ ਬਚਾਣਾ ਹੈ तो फिर
ਸਟੈਂਟ ਪਾਣਾ ਬਹੁਤ ਜ਼ਰੂਰੀ ਹੈ ਤੇ ਜਿੰਨਾ ਜਲਦੀ ਹੋ ਸਕੇ। ਕਈ ਵਾਰੀ ਮਰੀਜ਼ ਸਾਡੇ ਕੋਲ ਆਉਂਦੇ ਹੈ ਜੀ ਹਾਰਟ ਅਟੈਕ ਤਾਂ ਮੇਜਰ ਹੈ ਪਰ ਡਾਕਟਰ ਸਾਹਿਬ ਆਪਾਂ ਕੁਝ ਦਿਨ ਰੁਕ ਕੇ ਕਰਾ ਲਈਏ ਜਾਂ ਹਫਤਾ ਦੇਰ ਰੁਕ ਜਾਏ, ਜਾਂ ਸਾਡੇ ਬੇਟੇ ਨੇ ਕੈਨੇਡਾ ਤੋਂ ਆਣਾ ਹੈ, US ਤੋਂ ਆਣਾ ਹੈ, ਬਾਹਰੋਂ ਆਣਾ ਹੈ, ਆਰਮੀ 'ਚ ਹੈ, 2 ਦਿਨ ਰੁਕ ਜਾਵੇ, ਤਾਂ ਆਪਾਂ ਬੋਲਦੇ ਨਹੀਂ ਜਿੰਨਾ ਜਲਦੀ ਹੋ ਸਕੇ ਤੁਸੀਂ ਕਰਾਓ, ਉਹ ਸਭ ਤੋਂ ਬੈਸਟ ਹੈ। ਜਿਹੜੇ ਮਾਈਨਰ ਹਾਰਟ ਅਟੈਕ ਹੈਗੇ ਆ ਜਿਸ 'ਚ 90% ਦੀ ਬਲੋਕੇਜ ਹੈ, 99% ਦੀ ਬਲੋਕੇਜ ਹੈ, ਕਈ ਵਾਰੀ ਆਪਾਂ ਕੁਝ ਦਿਨ ਰੁਕ ਕੇ ਵੀ ਕਰ ਸਕਦੇ ਜੇ ਅਗਰ ਹਾਰਟ ਨੂੰ ਕੋਈ ਡੈਮੇਜ ਨਹੀਂ ਹੋ ਰਿਹਾ ਜਾਂ ਪੇਸ਼ੈਂਟ ਦੇ ਸਿੰਪਟਮ ਆਪਾਂ ਦਵਾਈ ਨਾਲ ਕੰਟਰੋਲ ਕਰ ਸਕੇ। ਜਿਹੜੇ ਮਰੀਜ਼ ਸਟੇਬਲ ਹਾਰਟ ਡਿਜ਼ੀਜ਼ ਵਾਲੇ ਹੈਗੇ ਆ ਜਿਨ੍ਹਾਂ ਨੂੰ ਤੁਰਨੇ ਫਿਰਨੇ 'ਚ ਜੋ ਸਾਹ ਦੀ ਦਿੱਕਤ ਹੈ ਜਾਂ ਹਾਰਟ ਛਾਤੀ 'ਚ ਦਰਦ ਹੈ, ਉਹ ਮਰੀਜ਼ ਯੂਜੂਅਲੀ ਦਵਾਈ ਨਾਲ ਵੀ ਸਟੇਬਲ ਹੋ ਜਾਂਦੇ ਆ। ਪਰ ਉਸ 'ਚ ਵੀ ਆਪਾਂ ਦੇਖਦੇ ਹਾਂ ਮਰੀਜ਼ ਨੂੰ ਕਿੰਨਾ ਰਿਸਕ ਹੈ, ਉਮਰ ਕਿੰਨੀ ਹੈ, ਸ਼ੂਗਰ ਹੈ ਕਿ ਨਹੀਂ ਹੈ, BP ਹੈ ਕਿ ਨਹੀਂ ਹੈ, ਹਾਰਟ ਦੀ ਪੰਪਿੰਗ ਤੇ ਨਹੀਂ ਘਟ ਗਈ। ਜੇ ਅਗਰ ਉਹ ਹਾਰਟ ਦੀ ਪੰਪਿੰਗ 'ਚ ਕੋਈ ਇਫੈਕਟ ਆਇਆ ਫਿਰ ਆਪਾਂ ਬੋਲਦੇ ਹਾਂ ਜਾਂ ਛਾਤੀ 'ਚ ਦਰਦ ਨਹੀਂ ਕੰਟਰੋਲ ਹੋ ਰਿਹਾ ਦਵਾਈ ਨਾਲ, ਫਿਰ ਆਪਾਂ ਐਂਜੀਓਗ੍ਰਾਫੀ ਵਾਸਤੇ ਬੋਲਦੇ, ਫਿਰ ਸਟੈਂਟ ਵਾਸਤੇ। ਇਹਦੀ ਸ਼ੈਲਫ ਲਾਈਫ ਕਿੰਨੀ ਹੁੰਦੀ ਹੈ ਸਟੰਟ ਦੀ? ਸਰ 99% स्टेंट ਜਿਹੜੇ हैं आजकल ਜਿਹੜੇ ड्रग वाले स्टेंट है वो अच्छे चलते हैं। अच्छे माने चलने के लिए 15 साल भी चलते हैं, 20 साल भी चलते हैं। बंद होने के लिए 1% स्टेंट सेम डे भी बंद हो जाते हैं, सेम वीक 'ਚ, एक हफ्ते 'ਚ, महीने 'ਚ, 6 महीने 'ਚ, साल भर 'ਚ। ਐਵਰੇਜ ਜਿਹੜੇ ਆਪਾਂ ਬੋਲਦੇ हैं कि भी 2 से 5 साल चलते हैं, बट डिपेंड करता है बहुत सारे फैक्टर्स। स्टेंट पाना इज़ ओनली 20%, 20% ਦਾ काम है स्टेंट डालने ਦਾ। असली काम ਉਸ ਤੋਂ ਬਾਅਦ ਸ਼ੁਰੂ ਹੁੰਦਾ। ਮਰੀਜ਼ ਪਰਹੇਜ਼ ਕਿੱਦਾਂ ਕਰਦਾ ਹੈ, ਦਵਾਈ ਰੈਗੂਲਰਲੀ ਖਾਂਦਾ ਹੈ ਕਿ ਨਹੀਂ ਖਾਂਦਾ ਹੈ, ਵੇਟ ਮੇਨਟੇਨ ਕਰਦਾ ਹੈ ਕਿ ਨਹੀਂ, ਫਿਜ਼ੀਕਲ ਐਕਟੀਵਿਟੀ ਕਿਵੇਂ ਕਰਦਾ ਹੈ, ਐਂਡ ਇਸ ਸਭ ਤੋਂ ਬਾਅਦ ਸਟ੍ਰੈਸ ਲੈਂਦਾ ਹੈ ਕਿ ਨਹੀਂ ਲੈਂਦਾ, ਬਿਮਾਰੀ ਕਿੰਨੀ ਐਗਰੈਸਿਵ ਹੈ ਮਰੀਜ਼ ਦੀ, ਜੇ ਫੈਮਿਲੀਅਲ ਬਿਮਾਰੀ ਹੈ, ਜੈਨੇਟਿਕ ਬਿਮਾਰੀ ਹੈ, ਜਾਂ ਸ਼ੂਗਰ ਬਹੁਤ ਖਰਾਬ ਹੈ, ਸ਼ੂਗਰ ਕਿਵੇਂ ਕੰਟਰੋਲ ਹੈ, BP ਕੰਟਰੋਲ ਹੈ ਕਿ ਨਹੀਂ, ਕੋਲੇਸਟ੍ਰੋਲ ਕਿੰਨਾ ਕੰਟਰੋਲ 'ਚ ਰੱਖਦਾ ਹੈ, ਇਨ ਸਭ ਚੀਜ਼ੋਂ ਫੈਕਟਰਸ 'ਤੇ ਡਿਪੈਂਡ ਕਰਦਾ ਸਟੈਂਟ ਕਿੰਨਾ ਚੱਲਦਾ ਹੈ। ਕਈ ਵਾਰੀ ਜੇ ਤੁਸੀਂ ਕੁਝ ਨਹੀਂ ਕਰੋਗੇ, ਸਮੋਕ, ਕਈ ਸਾਰੇ ਮਰੀਜ਼ ਸਾਡੇ ਹੈ ਸਟੈਂਟ ਪਾਣੇ ਤੋਂ ਬਾਅਦ ਰੈਗੂਲਰਲੀ ਸਮੋਕ ਵੀ ਕਰਦੇ हैं वापस, महीना 2 महीना ਤੇ ਪਰਹੇਜ਼ ਕਰਦੇ हैं, ਉਸ ਤੋਂ ਬਾਅਦ ਵਾਪਸ ਸ਼ੁਰੂ ਕਰ ਲੈਂਦੇ हैं। ਸ਼ੂਗਰ ਅੱਛੇ ਸੇ ਕੰਟਰੋਲ ਨਹੀਂ ਕਰਦੇ, BP ਨਹੀਂ ਕੰਟਰੋਲ ਕਰਦੇ, ਦਵਾਈਆਂ ਨਹੀਂ ਲੈਂਦੇ, ਕਈ ਵਾਰੀ ਦਵਾਈਆਂ ਸਕਿਪ ਕਰ ਜਾਂਦੇ ਖੂਨ ਪਤਲਾ ਕਰਨੇ ਦੀ, ਤਾਂ ਫਿਰ ਸਟੈਂਟ ਨੂੰ ਦਿੱਕਤ ਆने ਦੀ ਚਾਂਸਸ ਜ਼ਿਆਦਾ ਰਹੇ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਅਹਿਮ ਗੱਲਾਂ ਬਾਤਾਂ ਸਾਡੇ ਨਾਲ ਤੁਸੀਂ ਸਾਂਝੀਆਂ ਕੀਤੀਆਂ, ਬਹੁਤ ਸ਼ੁਕਰੀਆ। ਥੈਂਕ ਯੂ ਸਰ।